ਅੱਜ ਮੈਂ ਜੋ ਤੁਹਾਨੂੰ ਇੱਕ ਸੱਚੀ ਘਟਨਾ ਬਾਰੇ ਦੱਸਣ ਜਾ ਰਿਹਾ ਹਾਂ। ਇਹਦੇ ਵਿੱਚ ਕਿਵੇਂ ਇੱਕ ਇਨਸਾਨ ਹਜ਼ਾਰਾਂ ਫੁੱਟ ਉੱਚੇ ਉੱਡ ਰਹੇ ਹਵਾਈ ਜਹਾਜ਼ ਦੇ ਵਿੱਚੋਂ ਡਿੱਗਦਾ ਹੈ ਤੇ ਸਾਰੇ ਖਤਰਿਆਂ ਨੂੰ ਝੱਲਦਾ ਹੋਇਆ ਕਿਵੇਂ ਜਿਉਂਦਾ ਬਚ ਜਾਂਦਾ ਹੈ। ਇਹ ਇੱਕ ਸੱਚੀ ਘਟਨਾ ਵਾਪਰਦੀ ਹੈ ਇੱਕ 17 ਸਾਲਾਂ ਦੀ ਕੁੜੀ ਦੇ ਨਾਲ, ਜਿਹਦਾ ਨਾਮ ਸੀ ਜੂਲੀਆਨਾ। ਉਸ ਦਾ ਜਨਮ 10 ਅਕਤੂਬਰ 1954 ਨੂੰ ਹੋਇਆ ਸੀ। ਉਸ ਦੀ ਮਾਤਾ ਦਾ ਨਾਮ ਮਾਰੀਆ ਸੀ ਤੇ ਉਸ ਦੇ ਪਿਤਾ ਦਾ ਨਾਮ ਹੈਂਸ ਵਿਲਸ ਸੀ। ਇਹ ਜਰਮਨ ਸਨ। ਪੇਸ਼ੇ ਤੋਂ ਜੂਲੀਆਨਾ ਦੇ ਮਾਤਾ-ਪਿਤਾ ਜੀਵ ਵਿਗਿਆਨੀ ਸਨ। ਜੂਲੀਆਨਾ ਦਾ ਬਚਪਨ ਕਾਫੀ ਦਿਲਚਸਪ ਸੀ। ਉਸ ਦੇ ਮਾਤਾ-ਪਿਤਾ ਦੱਖਣੀ ਅਮਰੀਕਾ ਦੇ ਦੇਸ਼ ਪੈਰੂ ਦੀ ਰਾਜਧਾਨੀ ਲੀਮਾ ਦੇ ਵਿੱਚ ਇੱਕ ਮਿਊਜ਼ੀਅਮ ਦੇ ਵਿੱਚ ਕੰਮ ਕਰਦੇ ਸਨ। ਜਦੋਂ ਜੂਲੀਆਨਾ 14 ਸਾਲ ਦੀ ਹੋਈ ਤਾਂ ਉਸ ਦੇ ਮਾਤਾ-ਪਿਤਾ ਨੇ ਸ਼ਹਿਰ ਛੱਡ ਦਿੱਤਾ ਤੇ ਐਮਾਜ਼ੋਨ ਦੇ ਜੰਗਲਾਂ ਦੇ ਵਿੱਚ ਇੱਕ ਰਿਸਰਚ ਸੈਂਟਰ ਬਣਾਇਆ, ਜਿਸ ਦਾ ਨਾਮ ਉਹਨਾਂ ਨੇ ਪਿੰਗੁਆਨਾ ਇਕੋਲੋਜੀ ਰਿਸਰਚ ਸਟੇਸ਼ਨ ਰੱਖਿਆ। ਇਸ ਤੋਂ ਬਾਅਦ 2 ਸਾਲਾਂ ਦੇ ਲਈ ਜੂਲੀਆਨਾ ਦਾ ਸਕੂਲ ਅਤੇ ਘਰ ਉਹੀ ਜਗ੍ਹਾ ਬਣ ਗਈ ਤੇ ਜ਼ਿਆਦਾਤਰ ਉਹ ਆਪਣੇ ਮਾਤਾ-ਪਿਤਾ ਦੇ ਨਾਲ ਰਿਸਰਚ ਟ੍ਰਿਪ ਤੇ ਜਾਣ ਲੱਗੀ ਤੇ ਐਮਾਜ਼ੋਨ ਦੇ ਸੰਘਣੇ ਜੰਗਲਾਂ ਦੇ ਵਿੱਚ ਉਸਨੇ ਪੇੜ ਪੌਦਿਆਂ ਦੇ ਨਾਲ-ਨਾਲ ਕੀੜੇ ਮਕੌੜੇ ਅਤੇ ਜਾਨਵਰਾਂ ਨੂੰ ਵੀ ਪਹਿਚਾਣਿਆ ਤੇ ਨਾਲ ਦੀ ਨਾਲ ਹੀ ਉਸਨੇ ਜੰਗਲਾਂ ਦੇ ਵਿੱਚ ਔਖੇ ਟਾਈਮ 'ਚ ਜਾਨ ਬਚਾਉਣ ਵਾਲੀ ਕਲਾ ਵੀ ਸਿੱਖੀ। ਪਰ 2 ਸਾਲਾਂ ਦੇ ਬਾਅਦ ਜੂਲੀਆਨਾ ਫਿਰ ਆਪਣੀ ਪੜ੍ਹਾਈ ਪੂਰੀ ਕਰਨ ਲਈ ਲੀਮਾ ਸ਼ਹਿਰ ਚਲੀ ਗਈ ਤੇ ਉਸਨੇ ਉੱਥੇ ਹੀ ਆਪਣੀ ਸਾਰੀ ਪੜ੍ਹਾਈ ਪੂਰੀ ਕੀਤੀ। ਦਸੰਬਰ 1971 ਨੂੰ ਜੂਲੀਆਨਾ ਦੀ ਮਾਂ ਉਸ ਨੂੰ ਲੈਣ ਦੇ ਲਈ ਵਾਪਸ ਆਈ, ਪਰ ਉੱਥੇ ਪਹੁੰਚ ਕੇ ਉਸ ਦਾ ਪਲਾਨ ਬਦਲ ਗਿਆ ਤੇ ਮਾਰੀਆ ਨੂੰ ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ ਦੀ ਫਲਾਈਟ ਲੈਣ ਦੇ ਲਈ ਮਜਬੂਰ ਹੋਣਾ ਪਿਆ। ਅਗਲੇ ਦਿਨ ਕ੍ਰਿਸਮਸ ਹੋਣ ਦੇ ਕਾਰਨ ਜ਼ਿਆਦਾਤਰ ਫਲਾਈਟਾਂ ਬੁੱਕ ਸਨ, ਇਸ ਲਈ ਉਹਨਾਂ ਨੂੰ ਲਾਂਸਾ 에ਅਰਲਾਈਨ ਦੀ ਫਲਾਈਟ ਲੈਣੀ ਪਈ। ਇਹ ਕੰਪਨੀ ਦਾ ਸੇਫਟੀ ਰਿਕਾਰਡ ਕਾਫੀ ਮਾੜਾ ਸੀ, ਇਸ ਲਈ ਜੂਲੀਆਨਾ ਦੇ ਪਿਤਾ ਸ਼ੁਰੂ ਤੋਂ ਹੀ ਇਹ ਕੰਪਨੀ ਦੀ ਫਲਾਈਟ ਨਾ ਲੈਣ ਬਾਰੇ ਸਲਾਹ ਦਿੰਦੇ ਸਨ, ਪਰ ਕੋਈ ਹੋਰ ਫਲਾਈਟ ਨਾ ਮਿਲਣ ਦੇ ਕਾਰਨ ਜੂਲੀਆਨਾ ਤੇ ਉਸ ਦੀ ਮਾਂ ਨੂੰ ਇਹੀ ਫਲਾਈਟ ਲੈਣੀ ਪਈ। ਅਗਲੇ ਦਿਨ 24 ਦਸੰਬਰ ਨੂੰ ਲਾਂਸਾ 에ਅਰਲਾਈਨ ਦੀ ਡੋਮੈਸਟਿਕ ਫਲਾਈਟ 508 ਨੇ ਲੀਮਾ ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਪੈਰੂ ਦੇ ਸ਼ਹਿਰ ਐਕਵਾਡੋਰ ਦੇ ਲਈ ਉਡਾਣ ਭਰੀ। ਰਾਸਤੇ ਦੇ ਵਿੱਚ ਇਹ ਫਲਾਈਟ ਦੀ ਪੁਲਕਾਪਾ ਦੇ ਵਿੱਚ ਥੋੜੇ ਟਾਈਮ ਦੀ ਸਟੇ ਵੀ ਸੀ। ਲੀਮਾ ਤੋਂ ਪੁਲਕਾਪਾ ਤੱਕ ਦੀ 70 ਮਿੰਟ ਦੀ ਉਡਾਣ ਤਾਂ ਬਿਲਕੁਲ ਠੀਕ ਰਹੀ, ਪਰ ਜੂਲੀਆਨਾ ਦੀ ਯਾਤਰਾ ਦਾ ਅਗਲਾ ਹਿੱਸਾ ਇਤਿਹਾਸ ਬਣ ਗਿਆ। ਪੁਲਕਾਪਾ ਤੋਂ ਐਕਵਾਡੋਰ ਦੇ ਲਈ ਉਡਾਣ ਭਰਨ ਤੋਂ ਕੁਝ ਟਾਈਮ ਬਾਅਦ ਹੀ ਜਹਾਜ਼ ਇੱਕ ਤੂਫਾਨ ਦੇ ਵਿੱਚ ਫਸ ਗਿਆ। ਥੋੜੇ ਟਾਈਮ ਦੇ ਬਾਅਦ ਜਹਾਜ਼ ਦੇ ਵਿੱਚ ਟਰਬੂਲੈਂਸ ਬਹੁਤ ਜ਼ਿਆਦਾ ਵੱਧ ਗਈ। ਯਾਤਰੀਆਂ ਦਾ ਲਗੇਜ ਤੇ ਉਹਨਾਂ ਦੇ ਕ੍ਰਿਸਮਸ ਦੇ ਗਿਫਟ ਉਹਨਾਂ ਦੇ ਸਿਰ ਦੇ ਉੱਪਰ ਬਣੇ ਹੋਏ ਲੋਕਰਾਂ ਚੋਂ ਨਿਕਲ ਕੇ ਥੱਲੇ ਡਿੱਗਣ ਲੱਗੇ। ਉਸ ਟਾਈਮ ਅਚਾਨਕ ਬਿਜਲੀ ਗਰਜੀ ਅਤੇ ਜਹਾਜ਼ ਦੇ ਸੱਜੇ ਵਿੰਗ ਦੇ ਵਿੱਚ ਬਣੇ ਫਿਊਲ ਟੈਂਕ ਦੇ ਵਿੱਚ ਅੱਗ ਲੱਗ ਗਈ ਤੇ ਅੱਗ ਲੱਗਣ ਦੇ ਨਾਲ ਇੱਕ ਧਮਾਕਾ ਹੋਇਆ, ਜਿਸ ਦੇ ਨਾਲ ਜਹਾਜ਼ ਦੇ ਵਿੱਚ ਇੱਕ ਵੱਡਾ ਸਾਰਾ ਹੋਲ ਹੋ ਗਿਆ। ਹੁਣ ਜਹਾਜ਼ ਤੇਜ਼ੀ ਦੇ ਨਾਲ ਜ਼ਮੀਨ ਦੇ ਉੱਪਰ ਡਿੱਗਣ ਲੱਗਾ ਤੇ ਜ਼ਮੀਨ ਤੋਂ ਥੋੜਾ ਉੱਪਰ ਹੀ ਉਸ ਦੇ 2 ਟੁਕੜੇ ਹੋ ਗਏ। ਜੂਲੀਆਨਾ ਇਸ ਟਾਈਮ ਤੱਕ ਆਪਣੀ ਸੀਟ ਬੈਲਟ ਦੇ ਨਾਲ ਬੰਨੀ ਹੋਈ ਸੀ ਤੇ ਜੂਲੀਆਨਾ ਜਹਾਜ਼ ਤੋਂ ਥੱਲੇ ਡਿੱਗਦੇ ਸਮੇਂ ਕੰਨਾਂ ਦੇ ਵਿੱਚ ਹਵਾ ਦੀ ਤੇਜ਼ ਸਰਸਰਾਹਟ ਦੇ ਕਾਰਨ ਬੇਹੋਸ਼ ਹੋ ਗਈ। ਹੋਸ਼ ਵਿੱਚ ਆਉਣ ਤੋਂ ਬਾਅਦ ਉਸਨੇ ਆਪਣੇ ਆਪ ਨੂੰ ਐਮਾਜ਼ੋਨ ਦੇ ਜੰਗਲਾਂ 'ਚ ਪਾਇਆ ਤੇ ਉਹ ਬੁਰੀ ਤਰ੍ਹਾਂ ਨਾਲ ਚਿੱਕੜ ਦੇ ਨਾਲ ਭਰੀ ਪਈ ਸੀ। ਅਗਲੇ 19 ਘੰਟਿਆਂ ਤੱਕ ਜੂਲੀਆਨਾ ਆਪਣੇ ਜਹਾਜ਼ ਦੀ ਸੀਟ ਉੱਤੇ ਹੀ ਬੈਠੀ ਰਹੀ। ਅਗਲੇ ਦਿਨ ਜੂਲੀਆਨਾ ਨੇ ਥੋੜਾ ਹੋਸ਼ ਸੰਭਾਲਿਆ ਤਾਂ ਉਸ ਦੀ ਗਰਦਨ, ਮੋਢੇ ਅਤੇ ਗਿੱਟਿਆਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਨਾਲ ਦਰਦ ਹੋ ਰਿਹਾ ਸੀ। ਉਸ ਦੀ ਖੱਬੀ ਅੱਖ ਸੁੱਜਣ ਦੇ ਕਾਰਨ ਬੰਦ ਹੋ ਗਈ ਸੀ ਤੇ ਉਸ ਦੇ ਸੱਜੇ ਹੱਥ ਤੇ ਵੀ ਕਾਫੀ ਡੂੰਘਾ ਜ਼ਖਮ ਸੀ। ਉਸ ਦੀਆਂ ਐਨਕਾਂ ਗੁੰਮ ਹੋ ਗਈਆਂ ਸਨ, ਜਿਸ ਦੇ ਕਾਰਨ ਉਸ ਨੂੰ ਦੂਰ ਤਾਂ ਬਿਲਕੁਲ ਵੀ ਦਿਖਾਈ ਨਹੀਂ ਦੇ ਰਿਹਾ ਸੀ। ਉਸ ਨੇ ਇੱਕ ਸਲੀਵਲੈਸ ਮਿਨੀ ਡਰੈਸ ਅਤੇ ਚਿੱਟੇ ਰੰਗ ਦੇ ਸੈਂਡਲ ਪਾਏ ਹੋਏ ਸਨ। ਉਸ ਦੇ ਹੱਥ ਦੇ ਉੱਤੇ ਬੰਨੀ ਘੜੀ ਹਜੇ ਵੀ ਚੱਲ ਰਹੀ ਸੀ, ਜਿਸ ਦੇ ਵਿੱਚ ਸਵੇਰ ਦੇ 9 ਵਜੇ ਹੋਏ ਸਨ। ਜੂਲੀਆਨਾ ਦੀ ਮਾਂ ਦੀ ਸੀਟ ਵੀ ਉਸ ਦੇ ਬਰਾਬਰ ਹੀ ਆ ਕੇ ਡਿੱਗੀ ਸੀ, ਪਰ ਉਹ ਸੀਟ ਹੁਣ ਖਾਲੀ ਸੀ। ਇਹ ਦੇਖ ਕੇ ਜੂਲੀਆਨਾ ਕਾਫੀ ਘਬਰਾ ਗਈ ਅਤੇ ਰੁੜਦੀ ਹੋਈ ਆਪਣੀ ਮਾਂ ਨੂੰ ਲੱਭਣ ਲੱਗੀ। ਉਸ ਨੂੰ ਬਹੁਤ ਜ਼ਿਆਦਾ ਤੇਜ਼ ਚੱਕਰ ਆ ਰਹੇ ਸਨ, ਪਰ ਫਿਰ ਵੀ ਬਹੁਤ ਜ਼ੋਰ-ਜ਼ੋਰ ਨਾਲ ਆਪਣੀ ਮਾਂ ਨੂੰ ਆਵਾਜ਼ਾਂ ਮਾਰ ਰਹੀ ਸੀ। ਉਸ ਟਾਈਮ ਜੂਲੀਆਨਾ ਕਾਫੀ ਜ਼ਿਆਦਾ ਡਰ ਗਈ ਸੀ ਤੇ ਆਪਣੇ ਆਪ ਨੂੰ ਬੇਬਸ ਮਹਿਸੂਸ ਕਰ ਰਹੀ ਸੀ। ਕੁਝ ਟਾਈਮ ਬਾਅਦ ਉਸਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਖੜਾ ਕੀਤਾ ਤਾਂ ਉਸ ਟਾਈਮ ਉਸਦੇ ਪੈਰ ਵੀ ਕੰਬ ਰਹੇ ਸਨ ਅਤੇ ਹੌਲੀ-ਹੌਲੀ ਉਸਦੇ ਪੈਰ ਕੰਬਣੇ ਬੰਦ ਹੋ ਗਏ ਤੇ ਉਸ ਨੂੰ ਬਹੁਤ ਜ਼ਿਆਦਾ ਪਿਆਸ ਵੀ ਲੱਗੀ ਹੋਈ ਸੀ, ਜਿਸ ਦੇ ਕਾਰਨ ਉਸਨੇ ਬਰਸਾਤ ਦਾ ਪਾਣੀ ਜੋ ਪੱਤਿਆਂ ਉੱਪਰ ਜਮ੍ਹਾਂ ਹੋਇਆ ਸੀ ਉਸ ਨੂੰ ਪੀਤਾ। ਉਸੇ ਟਾਈਮ ਉਸ ਨੂੰ ਆਪਣੇ ਸਿਰ ਦੇ ਉੱਪਰ ਦੀ ਇੱਕ ਹਵਾਈ ਜਹਾਜ਼ ਲੰਘਣ ਦੀ ਆਵਾਜ਼ ਸੁਣਾਈ ਦਿੱਤੀ। ਉਹ ਸ਼ਾਇਦ ਇੱਕ ਰੈਸਕਿਊ ਜਹਾਜ਼ ਜਾਨੀ ਕਿ ਬਚਾਅ ਕਾਰਜ ਵਾਲਾ ਜਹਾਜ਼ ਸੀ। ਜਿਵੇਂ ਕਿ ਮੈਂ ਤੁਹਾਨੂੰ ਆਪਣੀ ਪਿਛਲੀ ਵੀਡੀਓ ਫੈਕਟ ਅਬਾਊਟ ਐਮਾਜ਼ਨ ਜੰਗਲ ਦੇ ਵਿੱਚ ਦੱਸਿਆ ਹੀ ਹੈ ਕਿ ਐਮਾਜ਼ਨ ਦਾ ਜੰਗਲ ਬਹੁਤ ਜ਼ਿਆਦਾ ਸੰਘਣਾ ਹੈ। ਇੱਥੇ ਤਾਂ ਸੂਰਜ ਦੀ ਰੋਸ਼ਨੀ ਵੀ ਧਰਤੀ ਤੱਕ ਨਹੀਂ ਪਹੁੰਚਦੀ, ਤਾਂ ਫਿਰ ਕਿਸੇ ਇਨਸਾਨ ਨੂੰ ਉੱਪਰ ਤੋਂ ਦੇਖਣਾ ਤਾਂ ਬਹੁਤ ਔਖਾ ਕੰਮ ਹੈ। ਉਸੇ ਟਾਈਮ ਜੂਲੀਆਨਾ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਖੁੱਲੇ ਮੈਦਾਨ ਦੇ ਵਿੱਚ ਜਾਣਾ ਚਾਹੀਦਾ ਹੈ, ਜਿੱਥੇ ਕਿ ਕੋਈ ਰੈਸਕਿਊ ਪਲੇਨ ਉਸ ਨੂੰ ਦੇਖ ਸਕੇ। ਇਸ ਲਈ ਉਹ ਸੰਘਣੇ ਜੰਗਲ ਦੇ ਵਿੱਚੋਂ ਤੇਜ਼ੀ ਦੇ ਨਾਲ ਅੱਗੇ ਤੁਰਨ ਲੱਗੀ। ਉਹ ਅੱਗੇ ਦੀ ਜਗ੍ਹਾ ਦੀ ਜਾਂਚ ਕਰਨ ਦੇ ਲਈ ਆਪਣੇ ਬਚੇ ਹੋਏ ਇੱਕ ਸੈਂਡਲ ਨੂੰ ਅੱਗੇ ਸੁੱਟ ਦਿੰਦੀ ਸੀ ਅਤੇ ਫਿਰ ਅੱਗੇ ਚੱਲਦੀ ਸੀ। ਅਸਲ ਦੇ ਵਿੱਚ ਐਮਾਜ਼ੋਨ ਦੇ ਜੰਗਲਾਂ ਦੇ ਵਿੱਚ ਧਰਤੀ ਉੱਤੇ ਜੋ ਪੱਤੇ ਪਏ ਹੁੰਦੇ ਹਨ, ਉਹਨਾਂ ਦੇ ਵਿੱਚ ਜ਼ਹਿਰੀਲੇ ਸੱਪ ਪਾਏ ਜਾਂਦੇ ਹਨ ਤੇ ਉਹਨਾਂ ਤੋਂ ਬਚਣ ਦੇ ਲਈ ਜੂਲੀਆਨਾ ਇਹ ਤਰਕੀਬ ਅਪਣਾ ਰਹੀ ਸੀ। ਉਸ ਦੇ ਕੋਲ ਖਾਣ ਦੇ ਲਈ ਟੌਫੀਆਂ ਦਾ ਭਰਿਆ ਹੋਇਆ ਇੱਕ ਛੋਟਾ ਬੈਗ ਸੀ, ਜਿਸ ਦੇ ਵਿੱਚੋਂ ਵੀ ਉਹ ਭੁੱਖ ਲੱਗਣ ਦੇ ਕਾਰਨ ਅੱਧੀਆਂ ਟੌਫੀਆਂ ਖਾ ਚੁੱਕੀ ਸੀ ਤੇ ਬਰਸਾਤੀ ਮੌਸਮ ਹੋਣ ਦੇ ਕਾਰਨ ਉਸ ਟਾਈਮ ਦਰਖਤਾਂ ਉੱਪਰ ਵੀ ਫਲ ਨਹੀਂ ਸਨ ਤੇ ਕਿਸੇ ਚੀਜ਼ ਨੂੰ ਪਕਾ ਕੇ ਖਾਣ ਦੇ ਲਈ ਉਸ ਦੇ ਕੋਲ ਕੋਈ ਸਾਧਨ ਵੀ
ਵੀ ਨਹੀਂ ਸੀ। ਉਹ ਇਹਨਾਂ ਜੰਗਲਾਂ ਦੇ ਵਿੱਚ ਪਹਿਲਾਂ ਰੀਹ ਕਰਕੇ ਇਹ ਵੀ ਜਾਣਦੀ ਸੀ ਕਿ ਇਹ ਜੰਗਲ ਦੇ ਵਿੱਚ ਬਹੁਤ ਸਾਰੇ ਪੇੜ ਪੌਦੇ ਜ਼ਹਿਰੀਲੇ ਵੀ ਹਨ। ਜੂਲੀਆਨਾ ਦੇ ਰਸਤੇ ਦੇ ਵਿੱਚ ਔਕੜਾਂ ਘੱਟ ਨਹੀਂ ਸਨ। ਉਹ ਕਦੇ ਸੱਪਾਂ ਤੋਂ ਬਚਦੀ ਅਤੇ ਕਦੇ ਦਰਖਤਾਂ ਦੇ ਟਾਹਣੀਆਂ ਦੇ ਥੱਲੇ ਦੀ ਰੇਂਗ ਕੇ ਲੰਘਦੀ ਤੇ ਬੁਰੀ ਤਰ੍ਹਾਂ ਦੇ ਨਾਲ ਥੱਕੀ ਹੋਈ ਉਹ ਕੁੜੀ ਨੂੰ ਕਦੇ-ਕਦੇ ਜੰਗਲ ਦੇ ਵਿੱਚ ਚੜ੍ਹਾਈ ਵੀ ਚੜ੍ਹਨੀ ਪੈਂਦੀ। ਥੋੜੀ ਦੂਰ ਚੱਲਣ ਤੋਂ ਬਾਅਦ ਜੂਲੀਆਨਾ ਨੂੰ ਇੱਕ ਨਦੀ ਦਿਖਾਈ ਦਿੰਦੀ ਹੈ ਤੇ ਉਸ ਦੀ ਉਮੀਦ ਜਾਗ ਜਾਂਦੀ ਹੈ, ਕਿਉਂਕਿ ਉਸਨੇ ਸਿੱਖਿਆ ਸੀ ਕਿ ਪਾਣੀ ਦੇ ਕਿਨਾਰੇ ਜ਼ਿਆਦਾਤਰ ਪਿੰਡ ਅਤੇ ਸ਼ਹਿਰ ਵਸੇ ਹੋਏ ਹੁੰਦੇ ਹਨ। ਇਸ ਲਈ ਉਸਨੇ ਨਦੀ ਦੇ ਕਿਨਾਰੇ ਹੀ ਅੱਗੇ ਵਧਣਾ ਸ਼ੁਰੂ ਕਰ ਦਿੱਤਾ। ਅਗਲੇ ਕੁਝ ਦਿਨਾਂ ਤੱਕ ਉਹ ਨਦੀ ਦੇ ਕਿਨਾਰੇ ਹੀ ਚੱਲਦੀ ਰਹੀ ਤੇ ਉਹ ਛੋਟੀ ਨਦੀ ਹੁਣ ਅੱਗੇ ਜਾ ਕੇ ਵੱਡੀ ਹੁੰਦੀ ਗਈ। ਉਸ ਟਾਈਮ ਐਮਾਜ਼ੋਨ ਦੇ ਜੰਗਲਾਂ ਦੇ ਵਿੱਚ ਮੌਸਮ ਕਾਫੀ ਹੁਮਸ ਭਰਿਆ ਸੀ ਤੇ ਥੋੜੇ ਟਾਈਮ ਬਾਅਦ ਮੀਂਹ ਵੀ ਪੈ ਰਹੇ ਸਨ ਤੇ ਉੱਥੇ ਜੰਗਲਾਂ ਦੇ ਵਿੱਚ ਰਾਤ ਦੇ ਸਮੇਂ ਤਾਪਮਾਨ ਕਾਫੀ ਘਟ ਜਾਂਦਾ ਸੀ ਅਤੇ ਕੰਬਦੀ ਹੋਈ ਜੂਲੀਆਨਾ ਝਾੜੀਆਂ ਦੇ ਵਿੱਚ ਹੀ ਸੌਂ ਜਾਂਦੀ ਸੀ। ਉਸਦੇ ਸਰੀਰ ਦੇ ਉੱਪਰ ਕੀੜਿਆਂ ਤੇ ਮੱਛਰ ਦੇ ਕੱਟਣ ਦੇ ਨਾਲ ਜਗ੍ਹਾ ਤੇ ਨਿਸ਼ਾਨ ਬਣ ਚੁੱਕੇ ਸਨ। ਉਸਦੇ ਹੱਥ ਦੇ ਜ਼ਖਮ ਉੱਤੇ ਤਾਂ ਮੱਖੀਆਂ ਨੇ ਬੁਰੀ ਤਰ੍ਹਾਂ ਦੇ ਨਾਲ ਇਨਫੈਕਸ਼ਨ ਕਰ ਦਿੱਤੀ ਸੀ, ਪਰ ਫਿਰ ਵੀ ਉਸਨੇ ਹਿੰਮਤ ਨਹੀਂ ਹਾਰੀ ਤੇ ਅੱਗੇ ਵਧਦੀ ਰਹੀ। ਉਸੇ ਟਾਈਮ ਜੂਲੀਆਨਾ ਨੂੰ ਜੰਗਲ ਦੇ ਵਿੱਚ ਜਹਾਜ਼ ਦੀਆਂ ਸੀਟ ਬੈਲਟ ਦੇ ਨਾਲ ਬੰਨੀਆਂ ਹੋਈਆਂ 3 ਲਾਸ਼ਾਂ ਦਿਖਾਈ ਦਿੱਤੀਆਂ। ਉਹ ਯਾਤਰੀ ਸਿਰ ਦੇ ਭਾਰ ਜ਼ਮੀਨ ਦੇ ਵਿੱਚ ਧੱਸੇ ਹੋਏ ਸਨ ਤੇ ਉਹਨਾਂ ਦਾ ਸਰੀਰ ਲਗਭਗ 1 ਫੁੱਟ ਜ਼ਮੀਨ ਦੇ ਵਿੱਚ ਦੱਬਿਆ ਪਿਆ ਸੀ। ਉਹਨਾਂ ਦੇ ਵਿੱਚੋਂ 2 ਮਰਦ ਸਨ ਤੇ 1 ਔਰਤ ਸੀ। ਉਸ ਔਰਤ ਨੂੰ ਦੇਖ ਕੇ ਜੂਲੀਆਨਾ ਡਰ ਗਈ। ਉਸ ਨੂੰ ਲੱਗਿਆ ਕਿ ਸ਼ਾਇਦ ਇਹ ਉਸ ਦੀ ਮਾਂ ਹੀ ਹੈ। ਨੇੜੇ ਤੋਂ ਦੇਖਣ ਤੋਂ ਬਾਅਦ ਜੂਲੀਆਨਾ ਨੂੰ ਯਕੀਨ ਹੋ ਗਿਆ ਕਿ ਉਹ ਔਰਤ ਉਸ ਦੀ ਮਾਂ ਨਹੀਂ ਸੀ, ਪਰ ਇਸ ਤਰ੍ਹਾਂ ਦੇ ਨਾਲ 3 ਲਾਸ਼ਾਂ ਨੂੰ ਚਿੱਕੜ ਦੇ ਵਿੱਚ ਧੱਸੀਆਂ ਦੇਖ ਕੇ ਜੂਲੀਆਨਾ ਨੂੰ ਕਾਫੀ ਧੱਕਾ ਲੱਗਿਆ। ਹੁਣ 24 ਦਸੰਬਰ ਦੀ ਉਹ ਉਡਾਨ ਨੂੰ ਕ੍ਰੈਸ਼ ਹੋਇਆ 4 ਦਿਨ ਬੀਤ ਚੁੱਕੇ ਸਨ ਤੇ 28 ਦਸੰਬਰ ਦੇ ਦਿਨ ਜੂਲੀਆਨਾ ਨੂੰ ਜੰਗਲ ਦੇ ਵਿੱਚ ਇੱਕ ਆਵਾਜ਼ ਸੁਣਾਈ ਦਿੰਦੀ ਹੈ। ਇਹ ਆਵਾਜ਼ ਹੌਟਜਨ ਚਿੜੀ ਦੀ ਸੀ ਤੇ ਜੂਲੀਆਨਾ ਨੇ ਆਪਣੇ ਮਾਤਾ-ਪਿਤਾ ਤੋਂ ਸਿੱਖਿਆ ਸੀ ਕਿ ਇਹ ਚਿੜੀਆਂ ਪਾਣੀ ਦੇ ਕਿਨਾਰੇ ਖੁੱਲੇ ਮੈਦਾਨਾਂ ਵਾਲੀ ਜਗ੍ਹਾ ਦੇ ਉੱਪਰ ਆਪਣਾ ਆਲਣਾ ਬਣਾਉਂਦੀਆਂ ਹਨ। ਇਸ ਲਈ ਜੂਲੀਆਨਾ ਨੇ ਉਹ ਆਵਾਜ਼ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਅੱਗੇ ਜਾ ਕੇ ਜੂਲੀਆਨਾ ਨੂੰ ਉਸ ਰਾਹ ਦੇ ਉੱਪਰ ਇੱਕ ਵੱਡੀ ਨਦੀ ਤਾਂ ਮਿਲ ਗਈ, ਪਰ ਉੱਥੇ ਉਸ ਨੂੰ ਕੋਈ ਵੀ ਇਨਸਾਨ ਜਾਂ ਉਹਨਾਂ ਦਾ ਬਸੇਰਾ ਨਹੀਂ ਮਿਲਿਆ। ਸ਼ੁਰੂ ਵਿੱਚ ਤਾਂ ਜੂਲੀਆਨਾ ਨੂੰ ਆਪਣੇ ਸਿਰ ਦੇ ਉੱਪਰ ਦੀ ਜਹਾਜ਼ ਲੰਘਣ ਦੀਆਂ ਆਵਾਜ਼ਾਂ ਤਕਰੀਬਨ ਸੁਣਾਈ ਦਿੰਦੀਆਂ ਹੀ ਰਹਿੰਦੀਆਂ ਸਨ, ਪਰ ਜਿਵੇਂ ਦਿਨ ਬੀਤਦੇ ਗਏ ਤੇ ਆਵਾਜ਼ਾਂ ਵੀ ਘਟਦੀਆਂ ਗਈਆਂ ਤੇ ਇਸ ਦੇ ਨਾਲ ਜੂਲੀਆਨਾ ਨੂੰ ਕਾਫੀ ਨਿਰਾਸ਼ਾ ਹੋਣ ਲੱਗੀ, ਕਿਉਂਕਿ ਉਸ ਨੂੰ ਲੱਗਣ ਲੱਗ ਗਿਆ ਸੀ ਕਿ ਹੁਣ ਕੋਈ ਉਸ ਨੂੰ ਲੱਭਣ ਨਹੀਂ ਆਉਣ ਵਾਲਾ। ਹਾਲਾਂਕਿ ਉਹ ਆਪਣੇ ਆਪ ਨੂੰ ਹਿੰਮਤ ਦੇ ਕੇ ਅੱਗੇ ਵਧਦੀ ਗਈ, ਪਰ ਨਦੀ ਦੇ ਕਿਨਾਰੇ ਸੰਘਣੇ ਰੁੱਖ ਹੋਣ ਦੇ ਕਾਰਨ ਹੁਣ ਉਸ ਦਾ ਜ਼ਮੀਨ ਦੇ ਉੱਪਰ ਅੱਗੇ ਵਧਣਾ ਔਖਾ ਹੋ ਗਿਆ। ਇਸ ਦੇ ਲਈ ਉਸਨੇ ਪਾਣੀ ਦੇ ਵਿੱਚ ਚੱਲਣ ਦਾ ਫੈਸਲਾ ਲਿਆ ਤੇ ਪਰ ਪਾਣੀ ਦੇ ਵਿੱਚ ਚੱਲਣ ਦੇ ਨਾਲ ਵੀ ਉਸਦੀਆਂ ਮੁਸੀਬਤਾਂ ਘੱਟ ਨਹੀਂ ਹੋਈਆਂ ਸਨ, ਕਿਉਂਕਿ ਨਦੀ ਦੇ ਕਿਨਾਰੇ ਪਾਣੀ ਦੇ ਵਿੱਚ ਲਗਾਤਾਰ ਉਸ ਨੂੰ ਸਟੈਂਗਰੇ ਮੱਛੀ ਦਾ ਡਰ ਸਤਾ ਰਿਹਾ ਸੀ, ਜੋ ਕਿ ਇੱਕ ਬਹੁਤ ਹੀ ਖਤਰਨਾਕ ਮੱਛੀ ਹੁੰਦੀ ਹੈ ਤੇ ਉਸ ਦੀ ਪੂਛ ਦੇ ਵਿੱਚ ਡੰਗ ਹੁੰਦਾ ਹੈ, ਜਿਸ ਦੇ ਨਾਲ ਉਹ ਕਿਸੇ ਨੂੰ ਵੀ ਜਾਨ ਤੋਂ ਮਾਰ ਸਕਦੀ ਹੈ। ਇੰਨੇ ਜ਼ਿਆਦਾ ਦੁੱਖ ਸਹਿਣ ਤੋਂ ਬਾਅਦ ਜੂਲੀਆਨਾ ਦੀ ਹਿੰਮਤ ਜਵਾਬ ਦੇਣ ਲੱਗ ਗਈ ਸੀ ਤੇ ਹੁਣ ਉਸ ਨੂੰ ਲੋਕਾਂ ਦੀ ਆਵਾਜ਼ ਸੁਣਨ ਦਾ ਵਹਿਮ ਵੀ ਹੋਣ ਲੱਗਿਆ ਸੀ। ਤੇ ਜਿਵੇਂ ਹੀ ਜੂਲੀਆਨਾ ਨਦੀ ਦੇ ਕਿਨਾਰੇ ਰੇਤੇ ਦੇ ਉੱਪਰ ਆਰਾਮ ਕਰਨ ਦੇ ਲਈ ਪਈ ਤਾਂ ਉਸ ਨੂੰ ਉੱਥੇ ਇੱਕ ਕਿਸ਼ਤੀ ਦਿਖਾਈ ਦਿੱਤੀ। ਕਿਸ਼ਤੀ ਨੂੰ ਦੇਖ ਕੇ ਉਹ ਕਾਫੀ ਖੁਸ਼ ਹੋਈ ਤੇ ਉਹ ਕਿਸ਼ਤੀ ਨੂੰ ਲੈ ਕੇ ਜਾਣਾ ਚਾਹੁੰਦੀ ਸੀ, ਪਰ ਉਹ ਕਿਸ਼ਤੀ ਨੂੰ ਚੋਰੀ ਨਹੀਂ ਕਰਨਾ ਚਾਹੁੰਦੀ ਸੀ। ਇਸ ਲਈ ਉਸਨੇ ਅੱਗੇ ਵੱਧ ਕੇ ਕਿਸ਼ਤੀ ਦੇ ਮਾਲਕ ਨੂੰ ਲੱਭਣ ਦਾ ਸੋਚਿਆ। ਕਿਸ਼ਤੀ ਦੇ ਮਾਲਕ ਨੂੰ ਲੱਭਣ ਦੇ ਲਈ ਜਦੋਂ ਉਹ ਥੋੜਾ ਅੱਗੇ ਵਧੀ ਤਾਂ ਉਸਨੇ ਇੱਕ ਝੌਂਪੜੀ ਦਿਖਾਈ ਦਿੱਤੀ। ਜਦੋਂ ਉਹ ਝੌਂਪੜੀ ਦੇ ਵਿੱਚ ਗਈ ਤਾਂ ਉੱਥੇ ਕੋਈ ਵੀ ਇਨਸਾਨ ਨਹੀਂ ਸੀ। ਕਾਫੀ ਟਾਈਮ ਝੌਂਪੜੀ ਦੇ ਕੋਲ ਬਹਿ ਕੇ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਉੱਥੇ ਕੋਈ ਵੀ ਨਹੀਂ ਆਇਆ ਤਾਂ ਜੂਲੀਆਨਾ ਨੇ ਅੱਜ ਦੀ ਰਾਤ ਉੱਥੇ ਹੀ ਠਹਿਰਨ ਬਾਰੇ ਸੋਚਿਆ ਤੇ ਉੱਥੇ ਹੀ ਸੌਂ ਗਈ। ਅਗਲੇ ਦਿਨ ਸਵੇਰ ਉੱਠਣ ਤੇ ਜੂਲੀਆਨਾ ਨੇ ਦੇਖਿਆ ਕਿ ਉਸ ਨੂੰ ਡੱਡੂਆਂ ਨੇ ਘੇਰਾ ਪਾਇਆ ਹੋਇਆ ਹੈ। ਜੂਲੀਆਨਾ ਇੰਨੀ ਜ਼ਿਆਦਾ ਭੁੱਖੀ ਸੀ ਕਿ ਉਹ ਡੱਡੂਆਂ ਨੂੰ ਖਾਣਾ ਚਾਹੁੰਦੀ ਸੀ, ਪਰ ਉਸਦੇ ਸਰੀਰ ਦੇ ਵਿੱਚ ਬਿਲਕੁਲ ਵੀ ਇੰਨੀ ਤਾਕਤ ਨਹੀਂ ਸੀ ਕਿ ਉਹ ਡੱਡੂਆਂ ਨੂੰ ਫੜ ਸਕੇ। ਜੇਕਰ ਦੇਖਿਆ ਜਾਵੇ ਤਾਂ ਇੱਥੇ ਉਸਦੀ ਕਿਸਮਤ ਨੇ ਉਸਦਾ ਸਾਥ ਦਿੱਤਾ, ਕਿਉਂਕਿ ਐਮਾਜ਼ੋਨ ਦੇ ਜੰਗਲਾਂ ਦੇ ਵਿੱਚ ਜ਼ਿਆਦਾਤਰ ਜਿੰਨੇ ਡੱਡੂ ਪਾਏ ਜਾਂਦੇ ਹਨ ਉਹ ਜ਼ਹਿਰੀਲੇ ਹੀ ਹੁੰਦੇ ਹਨ। ਜੇਕਰ ਜੂਲੀਆਨਾ ਉਹਨਾਂ ਦੇ ਵਿੱਚੋਂ ਕਿਸੇ ਵੀ ਇੱਕ ਡੱਡੂ ਨੂੰ ਖਾ ਲੈਂਦੀ ਤਾਂ ਉਸਦੀ ਮੌਤ ਪੱਕੀ ਸੀ। ਤੇ ਜੂਲੀਆਨਾ ਨੇ ਸ਼ਾਮ ਨੂੰ ਇੱਕ ਦਿਨ ਹੋਰ ਉਸ ਝੌਂਪੜੀ ਦੇ ਵਿੱਚ ਰਹਿਣ ਬਾਰੇ ਸੋਚਿਆ ਤੇ ਉਸੇ ਦਿਨ ਸ਼ਾਮ ਨੂੰ ਉਸ ਨੂੰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ। ਜੂਲੀਆਨਾ ਨੂੰ ਲੱਗਿਆ ਕਿ ਸ਼ਾਇਦ ਇਹ ਉਸਦਾ ਵਹਿਮ ਹੈ, ਪਰ ਜਿਵੇਂ ਉਹ ਆਵਾਜ਼ਾਂ ਉਸਦੇ ਨੇੜੇ ਆਉਣ ਲੱਗੀਆਂ ਤਾਂ ਉਹ ਕਾਫੀ ਜ਼ਿਆਦਾ ਡਰ ਗਈ ਤੇ ਉਸੇ ਟਾਈਮ 3 ਲੱਕੜਹਾਰੇ ਉਸ ਝੌਂਪੜੀ ਦੇ ਵਿੱਚ ਆ ਗਏ ਤੇ ਤਿੰਨੇ ਲੱਕੜਹਾਰੇ ਇੱਕ ਦੂਜੇ ਵੱਲ ਦੇਖ ਕੇ ਕਾਫੀ ਹੈਰਾਨ ਹੋ ਗਏ। ਉਹਨਾਂ ਨੂੰ ਲੱਗਿਆ ਕਿ ਜੂਲੀਆਨਾ ਸ਼ਾਇਦ ਕੋਈ ਜਲ ਪਰੀ ਹੈ ਤੇ ਫਿਰ ਜੂਲੀਆਨਾ ਨੇ ਉਹਨਾਂ ਨੂੰ ਆਪਣੇ ਆਪ ਬਾਰੇ ਸਭ ਕੁਝ ਦੱਸਿਆ ਤੇ ਉਹਨਾਂ ਲੱਕੜਹਾਰਿਆਂ ਨੇ ਜੂਲੀਆਨਾ ਦੇ ਜ਼ਖਮਾਂ ਨੂੰ ਸਾਫ਼ ਕਰਕੇ ਉਹਨਾਂ ਉੱਤੇ ਮਲਮ ਪੱਟੀ ਵੀ ਕੀਤੀ ਤੇ ਨਾਲ ਹੀ ਉਸ ਨੂੰ ਖਾਣ ਲਈ ਵੀ ਦਿੱਤਾ। ਤੇ ਅਗਲੇ ਦਿਨ ਉਹਨਾਂ ਨੇ ਜੂਲੀਆਨਾ ਨੂੰ ਕਿਸ਼ਤੀ ਦੇ ਵਿੱਚ ਬਿਠਾ ਕੇ ਨਾਲ ਦੇ ਕਸਬੇ ਦੇ ਵਿੱਚ ਭੇਜ ਦਿੱਤਾ। ਉੱਥੋਂ ਫਿਰ ਜੂਲੀਆਨਾ ਨੂੰ ਪੁਕਾਲਪਾ ਸ਼ਹਿਰ ਦੇ ਵਿੱਚ ਭੇਜਿਆ ਗਿਆ, ਜਿੱਥੇ ਹਸਪੀਟਲ ਦੇ ਵਿੱਚ ਉਸ ਨੂੰ ਪਤਾ ਲੱਗਿਆ ਕਿ ਉਸਦੀਆਂ ਮੋਢੇ ਅਤੇ ਪੈਰ ਦੀਆਂ ਹੱਡੀਆਂ ਟੁੱਟੀਆਂ ਹੋਈਆਂ ਹਨ। ਅਗਲੇ ਦਿਨ ਜੂਲੀਆਨਾ ਨੂੰ ਉਸਦੇ ਪਿਤਾ ਦੇ ਨਾਲ ਮਿਲਾਇਆ ਗਿਆ ਤੇ ਦੋਨੇ ਇੱਕ ਦੂਜੇ ਨਾਲ ਲਿਪਟ ਕੇ ਰੋਣ ਲੱਗੇ। ਇਸ ਤੋਂ ਬਾਅਦ ਜੂਲੀਆਨਾ ਦੀ ਹੈਲਪ ਦੇ ਨਾਲ ਪੁਲਿਸ ਤੇ 에ਅਰ ਫੋਰਸ ਨੇ ਕ੍ਰੈਸ਼ ਹੋਏ ਜਹਾਜ਼ ਦੇ ਵਿੱਚ ਮਰੇ ਹੋਏ ਯਾਤਰੀਆਂ ਦੀ ਲਾਸ਼ਾਂ ਨੂੰ ਲੱਭਿਆ। ਇਸ ਦੁਰਘਟਨਾ ਦੇ ਵਿੱਚ 91 ਲੋਕ ਮਾਰੇ ਗਏ ਸਨ, ਜਿਹਦੇ ਵਿੱਚੋਂ 6 ਜਹਾਜ਼ ਦੇ ਕਰੂ ਮੈਂਬਰ ਅਤੇ 86 ਦੇ ਵਿੱਚੋਂ 85 ਯਾਤਰੀ ਮਾਰੇ ਗਏ ਸਨ। ਜਾਣੀ ਕਿ ਇਹ ਦੁਰਘਟਨਾ ਦੇ ਵਿੱਚੋਂ ਸਿਰਫ ਜੂਲੀਆਨਾ ਹੀ ਇਕੱਲੀ ਜਿਉਂਦੀ ਬਚੀ ਸੀ। ਅੱਜ ਜੂਲੀਆਨਾ ਦੀ ਉਮਰ ਤਕਰੀਬਨ 70 ਸਾਲ ਦੇ ਨੇੜੇ ਤੇੜੇ ਹੈ ਤੇ ਉਹ ਅੱਜ ਵੀ ਆਪਣੇ ਮਾਤਾ-ਪਿਤਾ ਵੱਲੋਂ ਸਥਾਪਿਤ ਕੀਤੇ ਰਿਸਰਚ ਸੈਂਟਰ ਨੂੰ ਚਲਾ ਰਹੀ ਹੈ। ਜੂਲੀਆਨਾ ਨੇ ਹਿੰਮਤ, ਹੌਸਲੇ ਤੇ ਨਿਡਰ ਹੋ ਕੇ ਆਪਣੇ ਆਪ ਨੂੰ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਵੀ ਜਿਉਂਦਾ ਰੱਖਿਆ। ਜੂਲੀਆਨਾ ਦੀ ਇਹ
ਇਹ ਕਹਾਣੀ ਸਾਨੂੰ ਜ਼ਿੰਦਗੀ ਦੇ ਵਿੱਚ ਲੜਦੇ ਰਹਿਣ ਅਤੇ ਜਿਉਂਦੇ ਰਹਿਣ ਦੀ ਪ੍ਰੇਰਣਾ ਦਿੰਦੀ ਹੈ ਤੇ ਤੁਸੀਂ ਸਾਨੂੰ ਇਹ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਸੱਚੀ ਘਟਨਾ ਕਿਹੋ ਜਿਹੀ ਲੱਗੀ ਤੇ ਸਾਡੇ ਜੋਤ ਟੀਵੀ ਦੇ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।